ਰਾਤ ਦੇ 11 ਵਜੇ ਇੱਕ ਘਰ ਵਿੱਚ ਦੋ ਨੂੰਹਾਂ ਦੇ ਹੁੰਦੇ ਹੋਏ ਵੀ ਸੱਸ ਬਰਤਨ ਸਾਫ਼ ਕਰ ਰਹੀ ਸੀ। ਅਚਾਨਕ ਬਰਤਨਾਂ ਦੀ ਆਵਾਜ਼ ਤੋਂ ਪਰੇਸ਼ਾਨ ਹੋ ਕੇ ਵੱਡੀ ਨੂੰਹ ਨੇ ਆਪਣੇ ਪਤੀ ਨੂੰ ਕਿਹਾ ਕਿ ਜਾਓ ਆਪਣੀ ਮਾਂ ਨੂੰ ਮਨਾ ਕਰੋ ਕਿ ਇੰਨੀ ਰਾਤ ਨੂੰ ਬਰਤਨ ਸਾਫ਼ ਨਾ ਕਰੇ। ਰੋਜ਼-ਰੋਜ਼ ਤੁਹਾਡੀ ਮਾਂ ਕਰਕੇ ਸਾਡੀ ਨੀਂਦ ਖਰਾਬ ਹੋ ਜਾਂਦੀ ਹੈ ਅਤੇ ਸਵੇਰੇ ਵੀ ਤੁਹਾਡੀ ਮਾਂ 5 ਵਜੇ ਉੱਠ ਜਾਂਦੀ ਹੈ, ਫਿਰ ਪੂਜਾ ਪਾਠ ਸ਼ੁਰੂ ਕਰਕੇ ਸਾਡੀ ਨੀਂਦ ਖਰਾਬ ਕਰ ਦਿੰਦੀ ਹੈ। ਹੁਣ ਜਾਓ, ਵੀ ਸੋਚ ਕੀ ਰਹੇ ਹੋ? ਆਪਣੀ ਮਾਂ ਨੂੰ ਮਨਾ ਕਰੋ। ਉਸਦਾ ਪਤੀ ਬੈੱਡ ਤੋਂ ਉੱਠਦਾ ਹੈ ਅਤੇ ਰਸੋਈ ਵੱਲ ਜਾਂਦਾ ਹੈ। ਉਸ ਨੂੰ ਛੋਟੇ ਭਾਈ ਦੇ ਕਮਰੇ ਤੋਂ ਵੀ ਉਹੀ ਗੱਲਾਂ ਸੁਣਾਈ ਦਿੰਦੀਆਂ ਹਨ ਜੋ ਗੱਲਾਂ ਉਸਦੇ ਕਮਰੇ ਵਿੱਚ ਹੋ ਰਹੀਆਂ ਸਨ। ਉਸੇ ਸਮੇਂ ਸਭ ਕੁਝ ਸੁਣ ਕੇ ਉਹ ਛੋਟੇ ਭਾਈ ਦੇ ਕਮਰੇ ਦਾ ਦਰਵਾਜ਼ਾ ਖੜਕਾਉਂਦਾ ਹੈ ਤਾਂ ਉਸਦਾ ਛੋਟਾ ਭਾਈ ਬਾਹਰ ਆਉਂਦਾ ਹੈ। ਫਿਰ ਉਹ ਦੋਨੋਂ ਭਾਈ ਮਿਲ ਕੇ ਆਪਣੀ ਮਾਂ ਕੋਲ ਰਸੋਈ ਵਿੱਚ ਚਲੇ ਜਾਂਦੇ ਹਨ ਅਤੇ ਆਪਣੀ ਮਾਂ ਦੇ ਨਾਲ ਬਰਤਨ ਸਾਫ਼ ਕਰਨ ਵਿੱਚ ਉਸਦੀ ਮਦਦ ਕਰਦੇ ਹਨ। ਉਹਨਾਂ ਦੀ ਮਾਂ ਉਹਨਾਂ ਨੂੰ ਬਰਤਨ ਸਾਫ਼ ਕਰਨ ਤੋਂ ਮਨਾ ਕਰਦੀ ਹੈ, ਪਰ ਉਹ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਸੀ। ਉਹਨਾਂ ਨੇ ਕਿਹਾ, ਮਾਂ ਤੁਸੀਂ ਆਰਾਮ ਕਰੋ, ਬਰਤਨ ਅਸੀਂ ਧੋ ਲਵਾਂਗੇ। ਤਾਂ ਉਹਨਾਂ ਦੀ ਮਾਂ ਨੇ ਕਿਹਾ, ਬੇਟਾ ਇਸ ਤੋਂ ਚੰਗਾ ਤਾਂ ਤੁਸੀਂ ਇਹ ਸਭ ਕੰਮ ਕਰਨ ਲਈ ਆਪਣੀ ਪਤਨੀਆਂ ਨੂੰ ਵੀ ਕਹਿ ਸਕਦੇ ਹੋ, ਪਰ ਉਹ ਤਾਂ ਪੂਰਾ ਦਿਨ ਟੀਵੀ ਅਤੇ ਮੋਬਾਈਲ ਹੀ ਦੇਖਦੀਆਂ ਰਹਿੰਦੀਆਂ ਹਨ, ਤੁਸੀਂ ਉਹਨਾਂ ਨੂੰ ਕੁਝ ਕਹਿੰਦੇ ਕਿਉਂ ਨਹੀਂ? ਤਾਂ ਉਸਦੇ ਵੱਡੇ ਮੁੰਡੇ ਨੇ ਕਿਹਾ, ਮਾਂ ਇੱਕ ਚੰਗਾ ਇਨਸਾਨ ਉਹੀ ਹੁੰਦਾ ਹੈ ਜੋ ਬਿਨਾਂ ਬੋਲੇ ਹੀ ਸਭ ਸਮਝ ਜਾਵੇ ਅਤੇ ਆਪਣੀ ਸੱਸ ਦੇ ਨਾਲ ਕੰਮ ਵਿੱਚ ਹੱਥ ਵਟਾਵੇ। ਅਸੀਂ ਉਹਨਾਂ ਨੂੰ ਬਾਰ-ਬਾਰ ਕੰਮ ਕਰਨ ਲਈ ਨਹੀਂ ਕਹਾਂਗੇ। ਦੋ ਗੱਲਾਂ ਸੁਣ ਕੇ ਕੰਮ ਕਰਨ ਵਾਲਾ ਇਨਸਾਨ ਨਹੀਂ ਜਾਨਵਰ ਹੁੰਦਾ ਹੈ। ਤੁਸੀਂ ਸਾਡਾ ਵਿਆਹ ਕਰਵਾਇਆ ਅਤੇ ਅਸੀਂ ਕਰ ਲਿਆ, ਪਰ ਮਾਂ ਤੁਸੀਂ ਹੀ ਤਾਂ ਕਿਹਾ ਸੀ ਕਿ ਮਾਂ ਨੂੰ ਮਾਂ ਦੀ ਜਗ੍ਹਾ ਮੰਨੋ ਅਤੇ ਪਤਨੀ ਨੂੰ ਪਤਨੀ ਦੀ ਜਗ੍ਹਾ। ਬਾਕੀ ਰਹੀ ਗੱਲ ਘਰ ਦਾ ਕੰਮ ਕਰਨ ਦੀ, ਤਾਂ ਇੱਕ ਦਿਨ ਸਾਡੀਆਂ ਘਰਵਾਲੀਆਂ ਸਾਰਾ ਕੰਮ ਬਿਨਾਂ ਬੋਲੇ ਹੀ ਜ਼ਰੂਰ ਕਰਨਗੀਆਂ। ਬਾਕੀ ਅਸੀਂ ਦੋਨੋਂ ਬੇਟੇ ਤੁਹਾਡੇ ਨਾਲ ਹਾਂ। ਇੰਨੇ ਵਿੱਚ ਉਹਨਾਂ ਦੇ ਪਾਪਾ ਵੀ ਆ ਗਏ। ਉਹਨਾਂ ਨੇ ਸਾਰੀਆਂ ਗੱਲਾਂ ਸੁਣ ਲਈਆਂ। ਉਹ ਵੀ ਉਹਨਾਂ ਨਾਲ ਕੰਮ ਕਰਵਾਉਣ ਲੱਗੇ। ਇਹ ਸਭ ਦੇਖ ਕੇ ਉਹਨਾਂ ਦੇ ਦੋਨੋਂ ਮੁੰਡੇ ਹੱਸਣ ਲੱਗੇ। ਤਾਂ ਪਾਪਾ ਨੇ ਕਿਹਾ, ਤੁਸੀਂ ਦੋਵੇਂ ਹੱਸ ਕਿਉਂ ਰਹੇ ਹੋ? ਮੈਂ ਵੀ ਬਚਪਨ ਵਿੱਚ ਬਹੁਤ ਬਰਤਨ ਮਾਂਜੇ ਹਨ, ਕਿਉਂਕਿ ਤੁਹਾਡੀ ਭੂਆ ਤਾਂ ਹੈ ਨਹੀਂ ਸੀ ਅਤੇ ਦਾਦੀ ਦੀ ਤਬੀਅਤ ਖਰਾਬ ਰਹਿੰਦੀ ਸੀ। ਇਸ ਕਰਕੇ ਘਰ ਦਾ ਸਾਰਾ ਕੰਮ ਮੈਂ ਅਤੇ ਤੁਹਾਡੇ ਚਾਚਾ ਜੀ ਹੀ ਕਰਿਆ ਕਰਦੇ ਸੀ। ਜਦ ਸਾਰਾ ਕੰਮ ਹੋ ਗਿਆ ਤਾਂ ਦੋਨੋਂ ਮੁੰਡੇ ਆਪਣੇ ਆਪਣੇ ਕਮਰੇ ਵਿੱਚ ਚਲੇ ਗਏ। ਤਾਂ ਉਹਨਾਂ ਦੀਆਂ ਘਰਵਾਲੀਆਂ ਨੇ ਪੁੱਛਿਆ ਕਿ ਇੰਨੀ ਦੇਰ ਕਿੱਥੇ ਲਗਾ ਦਿੱਤੀ? ਤਾਂ ਉਹਨਾਂ ਨੇ ਕਿਹਾ, ਅਸੀਂ ਦੋਵੇਂ ਭਾਈ ਆਪਣੀ ਮਾਂ ਨਾਲ ਬਰਤਨ ਸਾਫ਼ ਕਰਵਾ ਰਹੇ ਸੀ ਅਤੇ ਨਾਲ ਪਾਪਾ ਵੀ ਆ ਗਏ। ਇਹ ਸੁਣ ਕੇ ਉਹਨਾਂ ਦੀਆਂ ਘਰਵਾਲੀਆਂ ਬਹੁਤ ਚਿੜ ਗਈਆਂ, ਪਰ ਫਿਰ ਉਹਨਾਂ ਨੂੰ ਥੋੜ੍ਹਾ ਬੁਰਾ ਲੱਗਿਆ ਕਿ ਉਹਨਾਂ ਦੇ ਹੁੰਦੇ ਹੋਏ ਉਹਨਾਂ ਦੇ ਪਤੀ ਘਰ ਦਾ ਕੰਮ ਕਰ ਰਹੇ ਹਨ। ਫਿਰ ਸਭ ਸੌਂ ਗਏ। ਸਵੇਰੇ 5 ਵਜੇ ਹੀ ਉਹਨਾਂ ਦੀ ਮਾਂ, ਪਿਤਾ ਜੀ ਅਤੇ ਦੋਨੋਂ ਬੇਟੇ ਉੱਠ ਗਏ। ਉਹ ਸਭ ਸਵੇਰੇ ਘਰ ਵਿੱਚ ਪਾਠ ਕਰਨ ਲੱਗੇ। ਪਾਠ ਦੀ ਆਵਾਜ਼ ਸੁਣ ਕੇ ਉਹਨਾਂ ਦੀਆਂ ਪਤਨੀਆਂ ਨੇ ਕਿਹਾ, ਇਹ ਬੁੱਢੀ ਪਤਾ ਨਹੀਂ ਕਦੋਂ ਤੱਕ ਜਿਉਂਦੀ ਰਹੇਗੀ, ਕਦੋਂ ਤੱਕ ਇਸੇ ਤਰ੍ਹਾਂ ਸਾਡਾ ਖੂਨ ਪੀਂਦੀ ਰਹੇਗੀ। ਉਹਨਾਂ ਨੇ ਦੇਖਿਆ ਬੈੱਡ 'ਤੇ ਉਹਨਾਂ ਦੇ ਪਤੀ ਵੀ ਨਹੀਂ ਸਨ। ਉਹਨਾਂ ਨੇ ਮੰਦਿਰ ਵਾਲੇ ਕਮਰੇ ਵਿੱਚ ਜਾ ਕੇ ਵੇਖਿਆ, ਉਹਨਾਂ ਦੇ ਸੱਸ ਸਹੁਰਾ ਅਤੇ ਪਤੀ ਮਿਲ ਕੇ ਪਾਠ ਕਰ ਰਹੇ ਸਨ। ਇਹ ਦੇਖ ਕੇ ਦੋਵਾਂ ਨੂੰਹਾਂ ਨੂੰ ਬਹੁਤ ਬੁਰਾ ਲੱਗਿਆ। ਉਹਨਾਂ ਦੇ ਪਤੀਆਂ ਨੇ ਉਹਨਾਂ ਨੂੰ ਦੇਖ ਲਿਆ ਅਤੇ ਕਿਹਾ, ਤੁਸੀਂ ਜਲਦੀ ਕਿਉਂ ਉੱਠ ਗਈਆਂ? ਜਾਓ ਸੋ ਜਾਓ, ਅਜੇ ਤਾਂ 7 ਹੀ ਵੱਜੇ ਹਨ। ਇਹ ਕਹਿ ਕੇ ਦੋਵੇਂ ਮੁੰਡੇ ਆਪਣੀ ਮਾਂ ਨਾਲ ਰਸੋਈ ਵਿੱਚ ਚਲੇ ਗਏ ਅਤੇ ਨਾਸ਼ਤਾ ਬਣਾਉਣ ਲੱਗ ਗਏ। ਇਹ ਸਭ ਉਹਨਾਂ ਦੀਆਂ ਪਤਨੀਆਂ ਦੇਖ ਰਹੀਆਂ ਸਨ। ਹੁਣ ਉਹਨਾਂ ਨੂੰ ਮਨ ਵਿੱਚ ਥੋੜ੍ਹਾ ਬੁਰਾ ਲੱਗ ਰਿਹਾ ਸੀ, ਪਰ ਹਲੇ ਵੀ ਦੋਵਾਂ ਵਿੱਚ ਘਮੰਡ ਭਰਿਆ ਪਿਆ ਸੀ। ਸਭ ਕੁਝ ਦੇਖ ਕੇ ਵੀ ਆਪਣੀ ਸੱਸ ਅਤੇ ਪਤੀਆਂ ਨਾਲ ਮਦਦ ਕਰਨ ਲਈ ਰਸੋਈ ਵਿੱਚ ਨਹੀਂ ਗਈਆਂ। ਇੱਕ ਦਿਨ ਵੱਡੀ ਬਹੂ ਦਾ ਪਤੀ ਆਪਣੀ ਪਤਨੀ ਕੋਲ ਆਇਆ ਅਤੇ ਕਹਿਣ ਲੱਗਾ, ਜੋ ਮੈਂ ਤੈਨੂੰ 10,000 ਰੁਪਏ ਦਿੱਤੇ ਸੀ ਉਹ ਮੈਨੂੰ ਹੁਣੇ ਚਾਹੀਦੇ ਹਨ, ਕਿਉਂਕਿ ਮਾਂ ਦੀ ਅਚਾਨਕ ਬਹੁਤ ਜ਼ਿਆਦਾ ਤਬੀਅਤ ਖਰਾਬ ਹੋ ਗਈ ਹੈ। ਤਾਂ ਉਸਦੀ ਪਤਨੀ ਨੇ ਸਾਫ਼ ਝੂਠ ਬੋਲਦੇ ਹੋਏ ਮਨਾ ਕਰ ਦਿੱਤਾ ਅਤੇ ਕਿਹਾ, ਮੈਂ ਤਾਂ ਉਹਨਾਂ ਪੈਸਿਆਂ ਦੀ ਸ਼ਾਪਿੰਗ ਕਰ ਲਈ ਹੈ। ਉਸਦਾ ਪਤੀ ਬਹੁਤ ਦੁਖੀ ਹੋਇਆ ਅਤੇ ਬੋਲਿਆ, ਚਲੋ ਕੋਈ ਗੱਲ ਨਹੀਂ, ਤੂੰ ਤਿਆਰ ਹੋ ਜਾ, ਜਲਦੀ ਹਸਪਤਾਲ ਜਾਣਾ ਹੈ, ਤੇਰੀ ਮਾਂ ਉੱਥੇ ਹੀ ਐਡਮਿਟ ਹੈ। ਉਸਦੀ ਪਤਨੀ ਹੈਰਾਨ ਹੁੰਦੇ ਹੋਏ ਬੋਲੀ, ਕੀ ਮੇਰੀ ਮਾਂ ਦੀ ਤਬੀਅਤ ਖਰਾਬ ਹੈ? ਤਾਂ ਉਸਦੇ ਪਤੀ ਨੇ ਕਿਹਾ, ਹਾਂ ਤੂੰ ਜਲਦੀ ਕਰ, ਮੈਨੂੰ ਪੈਸਿਆਂ ਦਾ ਵੀ ਇੰਤਜ਼ਾਮ ਕਰਨਾ ਹੈ। ਉਸਦੀ ਪਤਨੀ ਰੋਂਦੇ ਹੋਏ ਬੋਲੀ, ਮੈਂ ਤਾਂ ਤੁਹਾਨੂੰ ਝੂਠ ਕਿਹਾ ਸੀ ਕਿ ਮੈਂ ਉਹਨਾਂ 10,000 ਰੁਪਏ ਦੀ ਸ਼ਾਪਿੰਗ ਕਰ ਲਈ। ਤਾਂ ਉਸਦੇ ਪਤੀ ਨੇ ਕਿਹਾ, ਕੋਈ ਗੱਲ ਨਹੀਂ, ਤੈਨੂੰ ਜੋ ਚੰਗਾ ਲੱਗਿਆ ਤੂੰ ਉਹੀ ਕਿਹਾ, ਮੈਨੂੰ ਤੇਰੇ ਨਾਲ ਕੋਈ ਸ਼ਿਕਾਇਤ ਨਹੀਂ। ਉਸਦੀ ਪਤਨੀ ਰੋਂਦੇ ਹੋਏ ਬੋਲੀ, ਤੁਸੀਂ ਮੈਨੂੰ ਮਾਫ਼ ਕਰ ਦਿਓ, ਮੈਂ ਬਹੁਤ ਬੁਰੀ ਹਾਂ। ਤੁਹਾਨੂੰ ਮੇਰੀ ਮਾਂ ਦੀ ਕਿੰਨੀ ਫਿਕਰ ਹੈ ਅਤੇ ਅਸੀਂ ਦੋਨੋਂ ਭੈਣਾਂ ਹਾਂ ਜਿਨ੍ਹਾਂ ਨੇ ਤੁਹਾਡੀ ਮਾਂ ਦੀ ਕਦੇ ਇੱਜ਼ਤ ਨਹੀਂ ਕੀਤੀ, ਨਾ ਹੀ ਅਸੀਂ ਘਰ ਦਾ ਕੰਮ ਕਰਦੀਆਂ ਹਾਂ। ਫਿਰ ਵੀ ਤੁਸੀਂ ਕੁਝ ਨਹੀਂ ਕਿਹਾ, ਮੈਨੂੰ ਮਾਫ਼ ਕਰ ਦਿਓ ਪਲੀਜ਼। ਤਾਂ ਉਸਦੇ ਪਤੀ ਨੇ ਕਿਹਾ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ, ਇਸ ਲਈ ਮੈਂ ਤੁਹਾਨੂੰ ਡਾਂਟ ਨਹੀਂ ਸਕਦਾ। ਬਾਕੀ ਰਹੀ ਗੱਲ ਕੰਮ ਕਰਨ ਦੀ, ਉਹ ਤੇਰੀ ਮਰਜ਼ੀ ਹੈ, ਜਿਵੇਂ ਤੂੰ ਮੈਨੂੰ ਪਿਆਰ ਕਰਦੀ ਹੈ ਉਵੇਂ ਹੀ ਕਰ। ਤੂੰ ਮੇਰੀ ਮਾਂ ਦੀ ਇੱਜ਼ਤ ਕਰ ਭਾਵੇਂ ਨਾ,
ਮੈਂ ਤੇਰੀ ਮਾਂ ਦੀ ਇੱਜ਼ਤ ਇਸੇ ਤਰ੍ਹਾਂ ਕਰਾਂਗਾ। ਇਹ ਕਹਿ ਕੇ ਉਸਦਾ ਪਤੀ ਚਲਾ ਗਿਆ। ਉਸੇ ਵਕਤ ਉਸਦੀ ਛੋਟੀ ਭੈਣ ਵੀ ਆ ਜਾਂਦੀ ਹੈ। ਦੋਵੇਂ ਭੈਣਾਂ ਮਿਲ ਕੇ ਬਹੁਤ ਰੋਂਦੀਆਂ ਅਤੇ ਪਛਤਾਉਂਦੀਆਂ ਹਨ। ਹੁਣ ਉਹਨਾਂ ਨੂੰ ਸਭ ਕੁਝ ਸਮਝ ਆ ਚੁੱਕਾ ਸੀ ਕਿ ਜਦ ਸਾਡੇ ਪਤੀ ਬਾਹਰ ਕੰਮ ਕਰਕੇ ਆਪਣੀ ਮਾਂ ਦੀ ਘਰ ਵਿੱਚ ਸਹਾਇਤਾ ਕਰ ਸਕਦੇ ਹਨ, ਫਿਰ ਅਸੀਂ ਤਾਂ ਇਸ ਘਰ ਦੀਆਂ ਨੂੰਹਾਂ ਹਾਂ, ਅਸੀਂ ਇਹ ਸਭ ਕਿਉਂ ਨਹੀਂ ਕਰ ਸਕਦੀਆਂ। ਹੋਰ ਤਾਂ ਹੋਰ ਸਾਡੇ ਪਤੀਆਂ ਨੇ ਵੀ ਘਰ ਦਾ ਕੰਮ ਕਰਵਾਉਣ ਲਈ ਸਾਡੇ ਉੱਪਰ ਕੋਈ ਜ਼ੋਰ ਨਹੀਂ ਪਾਇਆ ਅਤੇ ਖੁਦ ਹੀ ਸਾਰਾ ਕੰਮ ਕਰਨ ਲੱਗ ਪਏ। ਇਹ ਸਾਡੇ ਪਤੀ ਨਹੀਂ, ਰੱਬ ਹਨ। ਨਹੀਂ ਤਾਂ ਇਹਨਾਂ ਦੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਸਾਡੇ ਨਾਲ ਲੜਾਈ ਕਰਕੇ ਜਾਂ ਮਾਰ ਕੁਟਾਈ ਕਰਕੇ ਸਾਡੇ ਤੋਂ ਘਰ ਦਾ ਸਾਰਾ ਕੰਮ ਕਰਵਾਉਂਦੇ। ਪਰ ਇਹਨਾਂ ਨੇ ਅਜਿਹਾ ਕੁਝ ਨਹੀਂ ਕੀਤਾ। ਸਾਡੀ ਸੱਸ ਨੇ ਵੀ ਸਾਨੂੰ ਕੁਝ ਨਹੀਂ ਕਿਹਾ। ਹੁਣ ਸਾਡਾ ਇਹ ਫਰਜ਼ ਹੈ ਕਿ ਅਸੀਂ ਆਪਣੀ ਸੱਸ ਅਤੇ ਪਤੀਆਂ ਦੀ ਖੂਬ ਸੇਵਾ ਕਰੀਏ। ਇਹ ਸੋਚ ਕੇ ਉਹ ਦੋਨੋਂ ਭੈਣਾਂ ਅਗਲੇ ਦਿਨ ਰਸੋਈ ਵਿੱਚ ਚਲੀਆਂ ਗਈਆਂ ਅਤੇ ਚੁੱਪਚਾਪ ਕੰਮ ਕਰਨ ਲੱਗੀਆਂ। ਉਹਨਾਂ ਨੇ ਆਪਣੇ ਪਤੀਆਂ ਨੂੰ ਕਿਹਾ, ਤੁਸੀਂ ਮੰਮੀ ਜੀ ਨੂੰ ਲੈ ਕੇ ਕਮਰੇ ਵਿੱਚ ਜਾਓ, ਅਸੀਂ ਦੋਨੋਂ ਸਾਰਾ ਕੰਮ ਕਰ ਲਵਾਂਗੀਆਂ। ਤਾਂ ਉਹਨਾਂ ਦੇ ਪਤੀਆਂ ਨੇ ਕਿਹਾ, ਨਹੀਂ ਅਸੀਂ ਕਰ ਲਵਾਂਗੇ, ਤੁਸੀਂ ਦੋਨੋਂ ਭੈਣਾਂ ਜਾ ਕੇ ਆਰਾਮ ਕਰੋ। ਤਾਂ ਉਹਨਾਂ ਨੇ ਕਿਹਾ, ਨਹੀਂ ਨਹੀਂ, ਹੁਣ ਅਸੀਂ ਇਹ ਗਲਤੀ ਦੁਬਾਰਾ ਨਹੀਂ ਕਰ ਸਕਦੀਆਂ। ਮੰਮੀ ਜੀ ਤੁਸੀਂ ਵੀ ਸਾਨੂੰ ਮਾਫ਼ ਕਰ ਦਿਓ। ਉਹਨਾਂ ਦੀ ਸੱਸ ਨੇ ਕਿਹਾ, ਕੋਈ ਗੱਲ ਨਹੀਂ, ਜੇਕਰ ਮੇਰੀ ਆਪਣੀ ਬੇਟੀ ਵੀ ਹੁੰਦੀ ਮੈਂ ਉਸਨੂੰ ਵੀ ਕੰਮ ਲਈ ਨਹੀਂ ਕਹਿੰਦੀ। ਤੁਸੀਂ ਮੇਰੀਆਂ ਨੂੰਹਾਂ ਬਾਅਦ ਵਿੱਚ, ਧੀਆਂ ਪਹਿਲਾਂ ਹੋ। ਇਹ ਸੁਣ ਕੇ ਉਹ ਦੋਵੇਂ ਆਪਣੀ ਸੱਸ ਦੇ ਪੈਰਾਂ ਵਿੱਚ ਗਿਰ ਗਈਆਂ ਅਤੇ ਮਾਫ਼ੀ ਮੰਗਣ ਲੱਗੀਆਂ। ਹੁਣ ਮੁੰਡੇ ਵੀ ਬਹੁਤ ਖੁਸ਼ ਸਨ ਕਿਉਂਕਿ ਉਹਨਾਂ ਨੂੰ ਆਪਣੀ ਪਤਨੀਆਂ ਨਾਲ ਲੜਾਈ ਵੀ ਨਹੀਂ ਕਰਨੀ ਪਈ ਅਤੇ ਉਹ ਸੁਧਰ ਵੀ ਗਈਆਂ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਬਾਰੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਅਤੇ ਨਾਲ ਹੀ ਘੰਟੀ ਨੂੰ ਦਬਾ ਕੇ ਆਲ 'ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੁਰੰਤ ਮਿਲ ਜਾਵੇ। ਮੈਨੂੰ ਦਿਓ ਅਗਲੀ ਵੀਡੀਓ ਤੱਕ ਇਜਾਜ਼ਤ। ਤਦ ਤੱਕ ਲਈ ਧੰਨਵਾਦ।